ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਸ ਵੇਲੇ ਅੰਤਿਮ ਦਰਸ਼ਨਾਂ ਦੇ ਲਈ ਪਹੁੰਚੇ ਨੇ, ਸ਼ਰਧਾਂਜਲੀ ਦੇਣ ਲਈ ਪਹੁੰਚੇ ਨੇ। ਤਾਂ ਸੁਖਬੀਰ ਸਿੰਘ ਬਾਦਲ ਇੱਥੇ ਪਹੁੰਚੇ ਨੇ ਅੰਤਿਮ ਦਰਸ਼ਨਾਂ ਦੇ ਲਈ ਬਾਬਾ ਰਾਮ ਸਿੰਘ ਜੀ ਦੇ। ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਸੁਖਬੀਰ ਸਿੰਘ ਬਾਦਲ ਇੱਥੇ ਪਹੁੰਚੇ ਨੇ। ਸਰ ਕੁਛ ਕਹਿਣਾ ਚਾਹੁੰਦੇ? ਸੋ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਇੱਥੇ ਪਹੁੰਚੇ ਨੇ ਬਾਬਾ ਰਾਮ ਸਿੰਘ ਜੀ ਦੇ ਅੰਤਿਮ ਦਰਸ਼ਨਾਂ ਦੇ ਲਈ, ਸ਼ਰਧਾਂਜਲੀ ਦੇਣ ਲਈ ਪਹੁੰਚੇ ਨੇ। ਬਾਬਾ ਰਾਮ ਸਿੰਘ ਜੀ ਨੇ ਕਿਸਾਨੀ ਅੰਦੋਲਨ ਦੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸੁਖਬੀਰ ਸਿੰਘ ਬਾਦਲ ਅਤੇ ਨਾਲ ਮਨਜਿੰਦਰ ਸਿੰਘ ਸਿਰਸਾ, ਹਰਸਿਮਰਤ ਕੌਰ ਬਾਦਲ ਇਸ ਸਥਾਨ ਤੇ ਪਹੁੰਚੇ ਨੇ ਇਸ ਵੇਲੇ। क्योंकि रब ने सारे तरह के धरती पर पैदा किए हैं, पर असी अपनी अखां नाल इन्नी निम्रता किसी च नहीं देखी। क्योंकि बीज तो होर भी सब थाई पर होएगा, पर असी अपनी अखां नाल इन्नी निम्रता नहीं। कोई भी आ जाए, जदों मर्जी आ जाए, उन्होंने हस के मिलना, सत्कार देना, प्यार देना, कदे किसी नाल कोई उवें दा उल्ट नीच का बच्चा नहीं। अस तां उन्हां दे जीवन च बस मैं कुछ देखा, हमेशा गुरु ग्रंथ साहिब जी दे लड़ लाया उन्होंने हर एक प्राणी ने। हाँ जी, ये तो नानक साहब तो जी उस तो भी पहला जी जी 18-19 जी बाबा जी दे नाल जी जी सारा परिवार ਨੂੰ ਤੁਹਾਡੇ ਦੇ ਸਾਰਿਆਂ ਨੂੰ ਜਾਣਦੇ ਹੁੰਦੇ अंतिम दर्शन करते हुए सुखबीर सिंह बादल, सतनाम जी, राम नाम जी, प्रधान है। साइड पे हो जाओ। गोविंद भजन दिन तिल नहीं मानै, हर का नाम जपत दुख जाए, नानक बोले सहज सुभाए। चार पदार्थ जे को मांगै, साध जना की सेवा लागै। जे को अपना दुख मिटावै, हर हर नाम हृदय सद गावै। जे को अपनी शोभा लूरै, साध संग ए हउमੈ छूरै। जे को जन्म मरण ते डरै, साध जना की शरणी परै। जिस जन को प्रभ दर्श प्यासा, नानक ताकै बल बल जासा।
सगल पुरख में पुरख प्रधान, साध संग जाका मिटै अभिमान। आपस को जो जाने नीचा, सो गनिए सब ते ऊंचा। जाका मन होए सगल फिरीना, हर हर धन को धन तीरो नाओ, निथावे को नाओ तेरा खाओ। ਕਹਿੰਦੇ ਮੇਰੇ ਬਸ ਰੋਸ ਕਰਦਾ ਤੇ ਜਿਹੜੀ ਬਾਅਦ 'ਚ ਚਿੱਠੀ ਉਹ 'ਚ ਲਿਖਿਆ ਹੋਇਆ ਉਹਨੂੰ ਕਹਿੰਦੇ ਸੁਸਾਈਡ ਨਾ ਸਮਝੀ, ਆਤਮ ਹੱਤਿਆ ਨਹੀਂ ਮੈਂ ਕਰ ਰਿਹਾ। ਮੈਂ ਬੜੇ ਦਿਨਾਂ ਦਾ ਸੋਚ ਰਿਹਾ ਸੀ, ਅੱਜ ਗੌਰਮੈਂਟ ਵਾਪਸ ਲੈਂਦੀ ਹੈ, ਕੱਲ੍ਹ ਵਾਪਸ ਲੈਂਦੀ ਹੈ, ਪਰ ਕਹਿੰਦੇ ਉਹ ਟਸ ਤੋਂ ਮਸ ਨਹੀਂ ਹੋ ਰਿਹਾ ਕਿ ਸਾਡੇ ਸਿੱਖ ਭਾਈ ਵਿਚਾਰੇ ਰੋਲਦੇ ਫਿਰਦੇ। ਉਹਨਾਂ ਨੇ ਲਿਖਿਆ ਕਿ ਉਹਨੂੰ ਆਤਮ ਹੱਤਿਆ ਨਾ ਸਮਝੀ। ਚਿੱਠੀ 'ਚ ਉਹਨਾਂ ਨੇ ਜਿਹੜੀ 10 ਪੇਜਾਂ ਦੀ ਬੋਲ ਲਿਖੀ ਉਹ 'ਚ ਲਿਖ ਕੇ ਗਈ। ਹਾਂ ਹੁਣ 15 ਪਹਿਲਾਂ 9 ਨੂੰ ਗਏ, ਫਿਰ 15 ਨੂੰ ਗਏ, ਫਿਰ 16 ਨੂੰ ਕੱਲ੍ਹ ਜਿਹੜੀ ਘਟਨਾ। ਹਾਂ ਫਿਰ ਸਾਨੂੰ ਕਿਸੇ ਨੂੰ ਦੱਸ ਕੇ ਵੀ ਨਹੀਂ ਗਏ, ਫੋਨ ਵੀ ਬੰਦ ਕਰਵਾ ਦਿੱਤੇ ਉਹਨਾਂ, ਗੱਡੀ ਵੀ ਅੰਦਰੋਂ ਲੌਕ ਕਰ ਲਈ। ਹਮੇਸ਼ਾ ਇੱਥੇ ਬਾਬੇ ਦੇ ਕੋਲ ਜਦੋਂ ਦਿੱਲੀ ਮੋਰਚਾ ਲੱਗਦਾ ਜਾਂ ਬਾਬਾ ਜੰਗ ਸਿੰਘ ਜੀ ਵੀ ਇਹਨੇ ਵੀ ਇੱਥੋਂ ਜਾ ਕੇ ਸ਼ਹਾਦਤ ਪ੍ਰਾਪਤ ਕੀਤੀ ਸੀ। ਆਪ ਨੂੰ ਪਤਾ ਹੈ ਹੋਣਾ ਰਕਾਬਗੰਜ, ਉਹ ਜਦੋਂ ਰੇਲ ਗੱਡੀ ਦਾ ਦਰਬਾਰਾ ਸਿੰਘ ਦੀ ਗੌਰਮੈਂਟ ਵੇਲੇ ਹੋਇਆ। ਇੱਥੇ 500 ਜਣਾ ਦੀ ਇੱਥੇ ਲਗਾਈ ਜੀ ਜੀ ਜੀ, ਬਾਕੀ ਉਹਨਾਂ ਨੇ ਵੀ ਉੱਥੇ ਹੀ ਸ਼ਹਾਦਤ ਪ੍ਰਾਪਤ ਕੀਤੀ ਸੀਗੀ। ਤਾਂ ਜੋ ਗੁਰੂ ਸਾਹਿਬ ਦਾ ਬਚਨ ਧੰਨ ਦਿੱਲੀ ਪਤਾ ਨਹੀਂ ਸਿੱਖਾਂ ਲਈ ਜਿਉਂ ਗੁਰੂਆਂ ਤੋਂ ਲੈ ਕੇ ਕੋਈ ਆਪਾਂ ਕੰਪੈਰੀਜ਼ਨ ਨਹੀਂ ਕਰਦੇ, ਪਰ ਆਪਾਂ ਨੂੰ ਦਿੱਲੀ ਨੇ ਕਦੀ ਕੁਝ ਸੁੱਖ ਝੋਲੀ 'ਚ ਪਾਈ ਨਹੀਂ। ਪਹਿਲਾਂ 84 ਦਾ ਦੰਗਾ ਕਿੱਡਾ ਵੱਡਾ ਤਾਂ ਆਪਾਂ ਵੀ ਸਭ ਨੇ ਦੇਖਿਆ ਹੀ ਹੈ। ਅਜੇ 32 34 35 ਸਾਲ ਬਤੀਤ ਹੋਏ ਹਨ, ਫਿਰ ਉਹੀ ਕੁਝ ਹੋ ਰਿਹਾ। ਅਤੇ ਬਾਬਾ ਜੀ ਵੀ ਕਹਿੰਦੇ ਹੁੰਦੇ ਮੈਨੂੰ ਡਰ ਲੱਗਦਾ ਕਿ ਫਿਰ ਕੁਝ ਸਰਕਾਰ ਇਹੋ ਜਿਹਾ ਨਾ ਕਰਕੇ ਸਾਡੇ ਵਿਚਾਰੇ ਨੌਜਵਾਨ ਬੱਚੇ ਫਿਰ ਉਹਨਾਂ ਨੂੰ ਉਸ ਹਾਲਾਤ 'ਚੋਂ ਨਿਕਲਣਾ ਪਵੇ, ਬਸ ਉਹ ਬਰਦਾਸ਼ਤ ਨਹੀਂ ਕਰ ਸਕਦੇ। ਬਹੁਤ ਹੰਕਾਰ ਹੈ, ਬਹੁਤ ਹੰਕਾਰ। ਪਹਿਲੀ ਵਾਰੀ ਸ਼ਾਇਦ ਹੋਇਆ ਹੈ ਕਿ ਸੈਸ਼ਨ ਹੀ ਨਾ ਬੁਲਾਇਆ ਜਾਏ, ਜਦ ਪੂਰਾ ਕੋਵਿਡ ਸੀਗਾ ਉਸ ਟਾਈਮ ਤਾਂ ਬੁਲਾ ਲਿਆ। ਹਾਂਜੀ ਹਾਂਜੀ ਹਾਂਜੀ। ਹੁਣ ਆਪ ਕਹਿ ਰਹੇ ਨੇ ਕਿ ਕੋਵਿਡ ਘਟਿਆ ਹੋਇਆ, ਸਭ ਤੋਂ ਘੱਟ ਕੇਸਿਸ ਆ ਰਹੇ, ਤਾਂ ਹੁਣ ਸੈਸ਼ਨ ਹੀ ਸਾਰਾ ਇੱਕ ਕਿਸਾਨੀ ਅੰਦੋਲਨ ਕਰਕੇ ਦਾ ਕੋਵਿਡ ਕਿੱਥੇ ਗਿਆ ਜਿੱਥੇ ਅੰਦੋਲਨ। ਹਾਂਜੀ ਹਾਂਜੀ, ਜਿੱਥੇ ਆਪ ਐਡੀਆਂ ਐਡੀਆਂ ਉਹ ਕਰਦੇ ਹਨ ਰੈਲੀਆਂ, ਉੱਥੇ ਕੋਵਿਡ ਕਿੱਥੇ ਗਿਆ ਹੁੰਦਾ। ਬਸ ਉਹ ਹੈ ਕਿ ਜਿਸ ਕੀ ਲਾਠੀ ਉਸकी भैंस वाला ਕੰਮ ਹੋਇਆ ਵਾ ਹੈ ਇਸ ਵੇਲੇ। ਆਪ ਜੀ ਵੀ ਆਏ। ਹਾਂਜੀ ਉੱਥੇ ਚੱਲ ਪਾਣੀ ਅੰਦਰ। ਸੱਚ ਹੈ ਵੀ ਸੱਚ, ਨਾਨਕ ਹੋਸੀ ਸੱਚ ਏਕੋ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ, ਨਾਨਕ ਹੋਸੀ ਸੱਚ ਏਕੋ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ, ਨਾਨਕ ਹੋਸੀ ਸੱਚ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ, ਨਾਨਕ ਹੋਸੀ ਸੱਚ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕੀ ਫਤਿਹ।
ਜੀ ਇੱਕ ਮਹਾਨ ਇਨਸਾਨ, ਮਹਾਂਪੁਰਖ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੰਗਤ ਨੂੰ ਗੁਰੂ ਦੇ ਨਾਲ ਜੋੜਿਆ, ਸਾਰੀ ਜ਼ਿੰਦਗੀ ਸੇਵਾ ਕੀਤੀ। ਜਦੋਂ ਦਾ ਕਿਸਾਨ ਅੰਦੋਲਨ ਚੱਲ ਰਿਹਾ ਹੈ, ਲਗਾਤਾਰ ਉੱਥੇ ਸੇਵਾ ਕਰਦੇ ਸੀ। ਹਰ ਦੂਜੇ ਤੀਜੇ ਦਿਨ ਉੱਥੇ ਜਾਂਦੇ ਸੀ, ਸੰਗਤ ਵਿੱਚ ਬਹਿੰਦੇ ਸੀ ਤੇ ਉਹਨਾਂ ਦੇ ਮਨ ਵਿੱਚ ਬਹੁਤ ਹੀ ਜ਼ਿਆਦਾ ਦੁੱਖ ਸੀ ਕਿ ਜੋ ਕਿਸਾਨ ਦੇਸ਼ ਦਾ ਅੰਨਦਾਤਾ ਹੈ, ਜਿਹਨੇ ਦੇਸ਼ ਨੂੰ ਭੁੱਖ ਤੋਂ ਮਿਟਾਇਆ ਹੈ, ਜਿਹੜੇ ਕਿਸਾਨਾਂ ਨੇ ਪੂਰੀ ਜ਼ਿੰਦਗੀ ਤੂਫਾਨ ਝੱਖੜ ਦਾ ਸਾਹਮਣਾ ਕਰਕੇ ਦੇਸ਼ ਨੂੰ ਕੋਨੇ-ਕੋਨੇ 'ਚ ਅੰਨ ਭੇਜਿਆ ਹੈ, ਉਹੀ ਅੰਨਦਾਤੇ ਦੀ ਆਵਾਜ਼ ਨਹੀਂ ਸੁਣੀ ਜਾ ਰਹੀ। ਪਿਛਲੇ 3 ਮਹੀਨੇ ਤੋਂ ਅੰਨਦਾਤਾ ਸੰਘਰਸ਼ ਕਰ ਰਿਹਾ, ਉਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਤੇ ਉਹਨਾਂ ਨੇ ਉੱਥੇ ਜਾ ਕੇ ਸ਼ਹਾਦਤ ਦੇ ਦਿੱਤੀ। ਇੱਕ ਮਹਾਂਪੁਰਖ ਨੇ ਸ਼ਹਾਦਤ ਦਿੱਤੀ, ਦੇਖੋ ਕਿੰਨੀ ਵੱਡੀ ਗੱਲ ਹੈ। ਮੈਨੂੰ ਹੈਰਾਨਗੀ ਹੈ, ਦੁੱਖ ਹੈ ਕਿ ਸੈਂਟਰ ਦਾ ਹੰਕਾਰੀ ਪ੍ਰਧਾਨ ਮੰਤਰੀ ਨੂੰ ਹਾਲੇ ਤੱਕ ਸਮਝ ਨਹੀਂ ਆਈ। ਇਸ ਸੰਘਰਸ਼ ਵਿੱਚ ਪਿਛਲੇ 20 ਦਿਨਾਂ 'ਚ ਹੀ ਤਕਰੀਬਨ 30 ਲੋਕਾਂ ਨੇ ਸ਼ਹਾਦਤਾਂ ਦੇ ਦਿੱਤੀਆਂ, ਪਰ ਸੈਂਟਰ ਦੀ ਸਰਕਾਰ ਨੂੰ ਕੋਈ ਫਿਕਰ ਹੀ ਨਹੀਂ, ਪਰਵਾਹ ਹੀ ਨਹੀਂ। ਸਰਕਾਰ ਇੱਕ ਮਾਂ-ਬਾਪ ਹੁੰਦੀ ਹੈ, ਬੱਚਿਆਂ ਦਾ ਦੁੱਖ ਸਮਝ ਨਹੀਂ ਰਹੀ। ਇਹ ਤਾਂ ਮਾੜੀ ਗੱਲ ਕੀ ਹੋ ਸਕਦੀ ਹੈ, ਇਹ ਤਾਂ ਬੁਰੀ ਸੋਚ ਕੀ ਹੋ ਸਕਦੀ ਸੈਂਟਰ ਸਰਕਾਰ, ਕਿ ਉਹ ਸੋਚਦੇ ਆ ਕਿ ਕਿਸਾਨਾਂ ਨੂੰ ਅਸੀਂ ਦਬਾ ਦਾਂਗੇ, ਕੁਚਲ ਦੇਵਾਂਗੇ। ਕਿਸਾਨਾਂ ਨੂੰ ਨਾ ਕੋਈ ਦਬਾ ਸਕਦਾ ਨਾ ਕੁਚਲ ਸਕਦਾ ਅੰਦੋਲਨ। ਤੇ ਜਿਹੜੀ ਵੱਡੀ ਗੱਲ ਹੈ, ਜਿਹੜੇ ਹੁਣ ਕੋਸ਼ਿਸ਼ ਹੋ ਰਹੀ ਹੈ, ਸਭ ਤੋਂ ਮਾੜੀ ਗੱਲ ਹੈ ਜਿਹੜੀ ਕੋਸ਼ਿਸ਼ ਹੋ ਰਹੀ ਹੈ ਕਿ ਇਸ ਅੰਨਦਾਤਾ ਨੂੰ ਬਦਨਾਮ ਕਰਨ ਦਾ, ਕਿ ਇਹ ਟੈਰਰਿਸਟ ਹੈ, ਆ ਦੂਜੇ ਹੈ। ਹੁਣ ਮਤਲਬ ਇਹ जियां गल्लां कहते इन्हों शर्म होनी चाहिए। हरियाणा के मंत्री अमित शाह के साथ मुलाकात हुई थी, लेकिन वो प्रपोजल भेजा गया था, सरकार जो है अमेंडमेंट्स करना चाहती है, लेकिन कृषि कानून को रद्द नहीं करना चाह रही। किसान अड़ा है कि वो बिल को रद्द करके ही छोड़ेंगे। सरकार का मकसद क्या है कि कानून बनाए जो आम जनता को पसंद हो और फायदे के लिए हो। अगर ये जनता किसान जिनके लिए कानून बनाया जा रहा है, जो कानून नहीं चाहते, तो आपने जिद क्यों पकड़ी है? जो आज जो अमित शाह जी और प्रधानमंत्री, देश के प्रधानमंत्री है, गृह मंत्री है, जनता कारण है कि ना किसान कारण है। ऐस करके इन्हों नहीं करना चाहिए। आपको लगता है सर SYL पर अब बातचीत कर रहे हैं? सुनिया तुसी ਤਾਂ ਸ਼ਰਧਾਂਜਲੀ ਭੇਂਟ ਕਰਕੇ ਗਏ ਨੇ। ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਜਿਹੜੀ ਹੈ ਉਹ ਹਾਲੇ ਵੀ ਗੱਲਬਾਤ ਨਹੀਂ ਕਰ ਰਹੀ ਹੈਗੀ, ਸੁਣਵਾਈ ਨਹੀਂ ਕਰ ਰਹੀ ਹੈਗੀ, ਤਾਂ ਉਸ ਦਾ ਹੰਕਾਰ ਹੈ। ਤਾਂ ਇੱਥੇ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਹਰਸਿਮਰਤ ਕੌਰ ਬਾਦਲ, ਹੋਰ ਆਗੂ ਜਿਹੜੇ ਇੱਥੇ ਪਹੁੰਚੇ ਸੀਗੇ ਤੇ ਉਹਨਾਂ ਦੇ ਵੱਲੋਂ ਬਾਬਾ ਰਾਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਸ਼ਰਧਾਂਜਲੀ ਦਿੱਤੀ ਗਈ ਹੈ ਉਹਨਾਂ ਨੂੰ ਇੱਥੇ ਪਹੁੰਚ ਕੇ, ਤੇ ਇਹੀ ਕਿਹਾ ਗਿਆ ਕਿ ਜਲਦੀ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਣੇ ਚਾਹੀਦੇ ਨੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ 25 ਤੋਂ 30 ਜਿਹੜੀਆਂ ਸ਼ਹਾਦਤਾਂ ਨੇ ਉਹ ਹੋ ਚੁੱਕੀਆਂ ਨੇ, ਸੰਤ ਮਹਾਂਪੁਰਸ਼ਾਂ ਦੀ ਵੀ ਸ਼ਹਾਦਤਾਂ ਹੋ ਚੁੱਕੀਆਂ ਨੇ। ਹੋਰ ਨੁਕਸਾਨ ਨਾ ਕਰਾਓ। ਹਾਲਾਂਕਿ ਹੁਣ ਦੇਖਣਾ ਹੋਏਗਾ ਸਰਕਾਰ ਕਦੋਂ ਤੱਕ ਇਹ ਖੇਤੀ ਕਾਨੂੰਨ ਰੱਦ ਕਰਦੀ ਹੈ। ਫਿਲਹਾਲ ਕੈਮਰਾਮੈਨ ਪ੍ਰਵਿੰਦਰ ਦੇ ਨਾਲ ਰਣਵੀਰ ਸਿੰਘ ਰਾਣਾ।